एक सिख नौजवान ਜਿਹੜਾ ਆਪਣੇ ਜੀਵਨ ਦਾ ਬੜਾ ਮਹੱਤਵਪੂਰਨ ਕਾਲ ਦੇਸ਼ ਦੇ ਬਾਰਡਰ ਦੀ ਰੱਖਿਆ ਕਰਕੇ ਆਇਆ ਹੋਏ ਔਰ ਉਹਨੂੰ ਅਸੀਂ ਸਨਮਾਨ ਦੇਣ ਦੀ ਜਗ੍ਹਾ ਜੁੱਤੀਆਂ ਨਾਲ ਅਸੀਂ ਉਸ ਨੌਜਵਾਨ ਦਾ ਸਵਾਗਤ ਕਰੀਏ, ਇਹ ਤੋਂ ਮਾੜੇ ਹਾਲਾਤ ਨਹੀਂ ਹੋ ਸਕਦੇ। ਅੱਜ ਉਹ ਨੌਜਵਾਨ ਜੇਲ੍ਹ 'ਚ ਹੈ, ਉਹਦਾ ਬੱਚਾ, ਉਹਦੀ ਵਾਈਫ ਕੱਲ੍ਹ ਤੋਂ ਭੁੱਖ ਹੜਤਾਲ 'ਤੇ ਬੈਠ ਰਹੇ ਨੇ। ਇਹ ਤੋਂ ਮਾੜਾ ਸਮਾਂ ਕੀ ਹੋਏਗਾ? ਅੱਜ ਪੂਰੇ ਦੇਸ਼ ਨੂੰ ਉਹਦੇ ਨਾਲ ਖਲੋਣਾ ਚਾਹੀਦਾ ਸੀ, ਹਰ ਧਰਮ ਦੇ ਬੰਦੇ ਨੂੰ ਉਹਦੇ ਨਾਲ ਖਲੋਣਾ ਚਾਹੀਦਾ ਸੀ, ਉਹਦਾ ਉਤਸ਼ਾਹ ਵਧਾਉਣਾ ਚਾਹੀਦਾ ਸੀ। ਸਾਡਾ ਗੁੱਸਾ ਖਾਲੀ ਮਮਤਾ ਸਰਕਾਰ ਨਾਲ ਨਹੀਂ ਹੈਗਾ, ਅਸੀਂ ਇੱਕ ਸਿਸਟਮ ਦੇ ਖਿਲਾਫ ਆਵਾਜ਼ ਚੁੱਕ ਰਹੇ ਹਾਂ। ਕੋਈ ਨਵਾਂ ਚਿੰਤਾ ਹੈ ਨਹੀਂ ਸੀ। ਸਾਡਾ ਸਿੱਖ ਧਰਮ ਦਾ ਪ੍ਰਤੀਕ ਚਿੰਨ੍ਹ ਹੈ ਪੱਗ, ਜਾਂ ਤਾਂ ਇਹਨਾਂ ਨੂੰ ਪਤਾ ਨਹੀਂ ਸੀ, ਇਹ ਕਹਿਣ ਵੀ ਸਾਨੂੰ ਪਤਾ ਨਹੀਂ ਸੀ। ਸਾਡਾ ਪ੍ਰਤੀਕ ਚਿੰਨ੍ਹ ਹੈ, ਉਹਦੀ ਬੇਅਦਬੀ ਕਰ ਰਹੇ ਹੋ ਤੁਸੀਂ ਬਾਜ਼ਾਰ ਦੇ ਵਿੱਚ, ਉਹਦੇ ਵਾਲਾਂ ਤੋਂ ਕੇਸਾਂ ਤੋਂ ਫੜ ਕੇ ਰੋਲ ਰਹੇ ਹੋ ਔਰ ਉਹਦੇ ਬਾਅਦ ਉਸ ਨੌਜਵਾਨ ਨੂੰ ਮਾफ़ੀ ਮੰਗਣ ਦੀ ਜਗ੍ਹਾ ਉਹਨੂੰ ਤੁਸੀਂ ਜੇਲ੍ਹ 'ਚ ਪਾ ਰਹੇ ਹੋ। ਇਹ ਤੋਂ ਬੱਤਰ ਹਾਲਾਤ ਨਹੀਂ ਹੋ ਸਕਦੇ। ਅਪੀਲ ਕਰਨਾ ਵਾ ਸਿੱਖ ਜਗਤ ਨੂੰ ਔਰ ਬਾਕੀ ਹਿੰਦੂ ਮੁਸਲਿਮ ਭਾਈਚਾਰੇ ਨੂੰ, ਇਹ ਵਕਤ ਹੈ ਆਪ ਜੀ ਨੂੰ ਸਿੱਖ ਧਰਮ ਦੇ ਨਾਲ ਖਲੋਣ ਦਾ। ਸਿੱਖ ਧਰਮ ਦੇ ਬਹੁਤ ਅਹਿਸਾਨ ਨੇ ਬਾਕੀ ਸਾਰੇ ਧਰਮਾਂ 'ਤੇ, ਇਸ ਸਮਾਂ ਹੈ ਖਲੋਣ ਦਾ, ਉਸ ਨੌਜਵਾਨ ਦੇ ਨਾਲ ਖਲੋਣ ਦਾ। ਸਾਨੂੰ ਇਨਸਾਫ ਮਿਲੇ ਨਾ ਮਿਲੇ, ਲੇਕਿਨ ਇੱਕ ਆਵਾਜ਼ ਬੁਲੰਦ ਹੋਣੀ ਚਾਹੀਦੀ ਹਿੰਦੁਸਤਾਨ 'ਚੋਂ। ਦੇਸ਼ਾਂ ਦੀ ਸਾਰੀ ਸੰਗਤ ਦਾ ਮੈਂ ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਸਵਾਗਤ ਕਰਦਾ। ਸੰਗਤ ਜੀ, ਜਿਹੜਾ ਕਿ ਤਾਜ਼ਾ ਇੱਕ ਵਾਕਿਆ ਸਾਡੇ ਸਾਹਮਣੇ ਆਇਆ, ਕਲਕੱਤਾ ਦੇ ਵਿੱਚ ਸਿੱਖ ਦੀ ਦਸਤਾਰ ਰੋਲੀ ਗਈ, ਅੰਮ੍ਰਿਤਧਾਰੀ ਸਿੱਖ ਦੀ, ਜਿਹੜਾ ਕਿ ਰਿਟਾਇਰ ਫੌਜੀ ਸੀ, ਜਿਹਨੇ ਬਹੁਤੇ ਸਾਲ ਆਪਣੇ ਜੀਵਨ ਦੇ ਇਸ ਦੇਸ਼ ਦੀ ਸੇਵਾ ਲਈ ਲਾਏ। ਸੋ ਉਸ ਰਿਟਾਇਰ ਫੌਜੀ ਦੇ ਨਾਲ ਕਲਕੱਤਾ ਪੁਲਿਸ ਨੇ ਜੋ ਬਰਬਰਤਾ ਕੀਤੀ ਹੈ, ਉਹਦੇ ਕਰਕੇ ਸਾਰਾ ਸਿੱਖ ਦੁਖੀ ਹੈ, ਹਿਰਦੇ ਵਲੂੰਦਰੇ ਗਏ ਨੇ। ਸੋ ਉਸ ਇਸ਼ੂ 'ਤੇ ਅਸੀਂ ਅੱਜ ਗੱਲ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਰੁਦਰਪੁਰ ਦੇ ਬਹੁਤ ਹੀ ਸਤਿਕਾਰਕ ਸਾਡੇ ਪੂਰਬ ਮੰਡੀ ਸਮਿਤੀ ਦੇ ਚੇਅਰਮੈਨ ਸਰਦਾਰ ਵਿੰਦਰ ਸਿੰਘ ਸਮੰਤੀ ਜੀ, ਜਿਹੜੇ ਕਿ ਸਮਾਜ ਸੇਵਾ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੇ ਨੇ ਅਤੇ ਸਿੱਖ ਇਸ਼ੂ ਜਿਹੜੇ ਵੀ ਹੁੰਦੇ ਉਹਨਾਂ ਦੇ ਉੱਤੇ ਆਪਣੀ ਬੇਬਾਕ ਰਾਏ ਸਾਡੇ ਨਾਲ ਸਾਂਝੀ ਕਰਦੇ ਰਹਿੰਦੇ ਨੇ। ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਗੁਰਫਤਿਹ ਦੀ ਸਾਂਝ ਕਰਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਵਿਦੇਸ਼ਾਂ ਦੀ ਸੰਗਤ ਸਾਡੇ ਨਾਲ ਜੁੜੀ ਹੋਈ ਹੈ। ਸਭ ਤੋਂ ਪਹਿਲਾਂ ਤੁਹਾਡਾ ਪ੍ਰਤੀਕਰਮ ਕੀ ਹੈ ਇਸ ਇਸ਼ੂ 'ਤੇ? ਮੈਂ ਬੜੀ ਘੋਰ ਸ਼ਬਦਾਂ 'ਚ ਨਿੰਦਾ ਕਰਨਾ ਵਾਂ ਜੋ ਹਾਲਾਤ ਕਲਕੱਤੇ ਵਿੱਚ ਸਾਡੇ ਇੱਕ ਸਿੱਖ ਨੌਜਵਾਨ ਨਾਲ ਬਣੇ। ਅੱਜ ਪੂਰੇ ਦੇਸ਼ ਵਿਦੇਸ਼, ਉੱਤਰਾਖੰਡ, ਯੂਪੀ ਦੇ ਸਿੱਖ ਸੰਗਤ ਵਿੱਚ ਬਹੁਤ ਭਾਰੀ ਰੋਸ਼ ਹੈ। ਇੱਕ ਸਿੱਖ ਨੌਜਵਾਨ ਜਿਹੜਾ ਆਪਣੇ ਜੀਵਨ ਦਾ ਬੜਾ ਮਹੱਤਵਪੂਰਨ ਕਾਲ ਦੇਸ਼ ਦੇ ਬਾਰਡਰ ਦੀ ਰੱਖਿਆ ਕਰਕੇ ਆਇਆ ਹੋਏ ਔਰ ਉਹਨੂੰ ਅਸੀਂ ਸਨਮਾਨ ਦੇਣ ਦੀ ਜਗ੍ਹਾ ਜੁੱਤੀਆਂ ਨਾਲ ਅਸੀਂ ਉਸ ਨੌਜਵਾਨ ਦਾ ਸਵਾਗਤ ਕਰੀਏ, ਇਹ ਤੋਂ ਮਾੜੇ ਹਾਲਾਤ ਨਹੀਂ ਹੋ ਸਕਦੇ। ਅੱਜ ਉਹ ਨੌਜਵਾਨ ਜੇਲ੍ਹ 'ਚ ਹੈ, ਉਹਦਾ ਬੱਚਾ, ਉਹਦੀ ਵਾਈਫ ਕੱਲ੍ਹ ਤੋਂ ਭੁੱਖ ਹੜਤਾਲ 'ਤੇ ਬੈਠ ਰਹੇ ਨੇ। ਇਹ ਤੋਂ ਮਾੜਾ ਸਮਾਂ ਕੀ ਹੋਏਗਾ? ਅੱਜ ਪੂਰੇ ਦੇਸ਼ ਨੂੰ ਉਹਦੇ ਨਾਲ ਖਲੋਣਾ ਚਾਹੀਦਾ ਸੀ, ਹਰ ਧਰਮ ਦੇ ਬੰਦੇ ਨੂੰ ਉਹਦੇ ਨਾਲ ਖਲੋਣਾ ਚਾਹੀਦਾ ਸੀ, ਉਹਦਾ ਉਤਸ਼ਾਹ ਵਧਾਉਣਾ ਚਾਹੀਦਾ ਸੀ। ਸਾਡਾ ਗੁੱਸਾ ਖਾਲੀ ਮਮਤਾ ਸਰਕਾਰ ਨਾਲ ਨਹੀਂ ਹੈਗਾ, ਅਸੀਂ ਇੱਕ ਸਿਸਟਮ ਦੇ ਖਿਲਾਫ ਆਵਾਜ਼ ਚੁੱਕ ਰਹੇ ਹਾਂ। ਇੱਕ ਨੌਜਵਾਨ ਨੂੰ ਦੇ ਕੇਸ ਰੋਲੇ ਗਏ, ਉਹ ਚਿੰਨ੍ਹ ਸਾਡਾ ਰੋਲਿਆ ਗਿਆ, ਕੋਈ ਨਵਾਂ ਚਿੰਨ੍ਹ ਤਾਂ ਹੈ ਨਹੀਂ ਸੀ। ਸਾਡਾ ਸਿੱਖ ਧਰਮ ਦਾ ਪ੍ਰਤੀਕ ਚਿੰਨ੍ਹ ਹੈ ਪੱਗ, ਜਾਂ ਤਾਂ ਇਹਨਾਂ ਨੂੰ ਪਤਾ ਨਹੀਂ ਸੀ, ਇਹ ਕਹਿਣ ਵੀ ਸਾਨੂੰ ਪਤਾ ਨਹੀਂ ਸੀ। ਸਾਡਾ ਪ੍ਰਤੀਕ ਚਿੰਨ੍ਹ ਹੈ, ਉਹਦੀ ਬੇਅਦਬੀ ਕਰ ਰਹੇ ਹੋ ਤੁਸੀਂ ਬਾਜ਼ਾਰ ਦੇ ਵਿੱਚ, ਉਹਦੇ ਵਾਲਾਂ ਤੋਂ ਕੇਸਾਂ ਤੋਂ ਫੜ ਕੇ ਰੋਲ ਰਹੇ ਹੋ ਔਰ ਉਹਦੇ ਬਾਅਦ ਉਸ ਨੌਜਵਾਨ ਨੂੰ ਮਾफ़ੀ ਮੰਗਣ ਦੀ ਜਗ੍ਹਾ ਉਹਨੂੰ ਤੁਸੀਂ ਜੇਲ੍ਹ 'ਚ ਪਾ ਰਹੇ ਹੋ। ਇਹ ਤੋਂ ਬੱਤਰ ਹਾਲਾਤ ਨਹੀਂ ਹੋ ਸਕਦੇ। ਮੈਂ ਉੱਤਰਾਖੰਡ ਦੀ ਸੰਗਤ ਵੱਲੋਂ ਬਹੁਤ ਕੜੇ ਸ਼ਬਦਾਂ 'ਚ ਇਹਦੀ ਨਿੰਦਾ ਕਰਨਾ ਵਾਂ। ਅਪੀਲ ਕਰਨਾ ਵਾਂ ਸਿੱਖ ਜਗਤ ਨੂੰ ਔਰ ਬਾਕੀ ਹਿੰਦੂ ਮੁਸਲਿਮ ਭਾਈਚਾਰੇ ਨੂੰ, ਇਹ ਵਕਤ ਹੈ ਆਪ ਜੀ ਨੂੰ ਸਿੱਖ ਧਰਮ ਦੇ ਨਾਲ ਖਲੋਣ ਦਾ। ਸਿੱਖ ਧਰਮ ਦੇ ਬਹੁਤ ਅਹਿਸਾਨ ਨੇ ਬਾਕੀ ਸਾਰੇ ਧਰਮਾਂ 'ਤੇ, ਇਸ ਸਮਾਂ ਹੈ ਖਲੋਣ ਦਾ, ਉਸ ਨੌਜਵਾਨ ਦੇ ਨਾਲ ਖਲੋਣ ਦਾ। ਸਾਨੂੰ ਇਨਸਾਫ ਮਿਲੇ ਨਾ ਮਿਲੇ, ਲੇਕਿਨ ਇੱਕ ਆਵਾਜ਼ ਬੁਲੰਦ ਹੋਣੀ ਚਾਹੀਦੀ ਹਿੰਦੁਸਤਾਨ 'ਚੋਂ ਉਸ ਨੌਜਵਾਨ ਦੇ ਨਾਲ। ਬਿਲਕੁਲ ਜੀ। ਸਮੰਤੀ ਜੀ, ਮੈਂ ਤੁਹਾਡੇ ਨਾਲ ਪੁੱਛਣਾ ਚਾਹਾਂਗਾ, ਵੇਖੋ
ਬਾਰਡਰਾਂ 'ਤੇ ਸਾਡੇ ਸਿੱਖ ਭਾਈਚਾਰਾ ਤੈਨਾਤ ਹੈ, ਨੌਜਵਾਨ ਸਿੱਖ 50-60 ਹਜ਼ਾਰ ਦੇ ਕਰੀਬ, ਜਿਹੜਾ ਹਮੇਸ਼ਾ ਮੁਲਕ ਦੀ ਹਿਫਾਜ਼ਤ ਲਈ ਤਿਆਰ ਬਰ ਤਿਆਰ ਰਹਿੰਦਾ ਹੈ। ਜਦੋਂ ਉਹ ਇਹ ਵੀਡੀਓ ਨੂੰ ਦੇਖਦੇ ਨੇ, ਉਹਨਾਂ ਦੇ ਹਿਰਦੇ ਵਿੱਚ ਕੀ ਜਾਂਦੀ ਹੋਏਗੀ? ਆਖਰ ਕਿਉਂ ਉਹਨਾਂ ਦਾ ਮਨੋਬਲ ਕੀ ਡਾਊਨ ਨਹੀਂ ਹੁੰਦਾ ਹੋਏਗਾ ਕਿ ਜਿਸ ਮੁਲਕ ਦੀ ਹਿਫਾਜ਼ਤ ਲਈ ਅਸੀਂ ਤਿਆਰ ਬਰ ਤਿਆਰ ਰਹਿੰਦੇ ਹਾਂ ਅਤੇ ਉਸੇ ਮੁਲਕ ਦੇ ਵਿੱਚ ਸਾਡੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ, ਇਹਦੇ ਲਈ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਇਸ ਟਾਈਮ ਤੁਸੀਂ ਸਭ ਜਾਣਦੇ ਹੋ ਕਿ ਅੰਤਰਰਾਸ਼ਟਰੀ ਬਾਰਡਰ 'ਤੇ ਯੁੱਧ ਦੇ ਹਾਲਾਤ ਬਣੇ ਹੋਏ ਨੇ, ਔਰ ਜਦੋਂ ਯੁੱਧ ਦੇ ਹਾਲਾਤ ਬਣਦੇ ਨੇ ਤਾਂ ਤੁਸੀਂ ਕਲਿੱਪ ਵੇਖਦੇ ਹੋਗੇ ਕਿ ਸਿੱਖਾਂ ਨੂੰ ਅੱਗੇ ਕਰ ਦਿੱਤਾ ਜਾਂਦਾ। ਜੀ ਬਿਲਕੁਲ। ਫੌਜ ਦੇ ਜਿਹੜੇ ਟਰੱਕ ਜਾਂਦੇ ਨੇ ਉਹਨਾਂ 'ਤੇ ਖਾਲਸਾ ਪੰਥ ਦਾ ਝੰਡਾ ਅੱਗੇ ਲਾ ਕੇ ਉਹਨਾਂ ਟਰੱਕ ਭੇਜੇ ਜਾਂਦੇ ਨੇ, ਉਤਸ਼ਾਹ ਵਧਾਇਆ ਜਾਂਦਾ ਹੈ। ਅਤੇ ਮੈਨੂੰ ਤਾਂ ਲੱਗਦਾ ਹੈ ਸਾਨੂੰ ਬੇਵਕੂਫ ਬਣਾਇਆ ਜਾਂਦਾ ਹੈ। ਅੱਜ ਉਹ 1 ਲੱਖ ਦੇ ਕਰੀਬ ਸਾਡੇ ਫੌਜੀ ਜਿਹੜੇ ਬਾਰਡਰਾਂ 'ਤੇ ਖੜ੍ਹੇ ਨੇ, ਉਹ ਆਪਣੇ ਆਪ ਨੂੰ ਝੂਠਾ ਮਹਿਸੂਸ ਕਰ ਰਹੇ ਹੋਣਗੇ। ਉਹ ਕਿਹੜੇ ਹਾਲਾਤਾਂ 'ਚ ਹੋਣਗੇ, ਕਿਹੜੇ ਦਬਾਅ 'ਚ ਹੋਣਗੇ। ਜੇ ਸਰਕਾਰ ਨੇ ਇਸ ਮਸਲੇ 'ਚ ਆਪਣਾ ਸਟੈਪ ਸਖਤ ਨਹੀਂ ਕੀਤਾ ਤੇ ਬਹੁਤ ਭਾਰੀ ਨੁਕਸਾਨ ਭਾਰਤ ਸਰਕਾਰ ਨੂੰ ਚੁੱਕਣਾ ਪਏਗਾ। ਇਹ ਆਸਾਨ ਨਾ ਸਮਝਣ ਕਿ ਜਿਹੜੇ ਫੌਜੀ ਉੱਥੇ ਬੈਠੇ ਨੇ ਉਹਨਾਂ ਦੇ ਦਿਲ 'ਚ ਕੀ ਬੀਤ ਰਹੀ ਹੈ। ਇਹ ਹਾਲਾਤ ਪੁੱਠੇ ਵੀ ਪੈ ਸਕਦੇ ਨੇ। ਭਾਰਤ ਸਰਕਾਰ ਨੂੰ ਇਸ ਮਸਲੇ ਨੂੰ ਸੰਜੀਦਗੀ ਦੇ ਨਾਲ ਲੈਣਾ ਚਾਹੀਦਾ। ਬਿਲਕੁਲ, ਇਸ ਮਸਲੇ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਇਹ ਫੌਜ ਦੇ ਮਨੋਬਲ ਡਿੱਗਣ ਵਾਲੀ ਗੱਲ ਹੈ। ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹੂੰਗਾ ਜ਼ਰੂਰ, ਜੇ ਅਸੀਂ ਇਸ ਪ੍ਰਕਰਣ 'ਚ ਦੇਖਿਆ ਹੈ, ਕੇਵਲ ਦਿੱਲੀ ਕਮੇਟੀ ਮੂਹਰੇ ਆਈ ਹੋਈ ਹੈ। ਭਾਵੇਂ ਅਸੀਂ ਉੱਤਰਾਖੰਡ ਦੀ ਗੱਲ ਕਰਦੇ ਹਾਂ, ਉੱਤਰਾਖੰਡ ਯੂਪੀ, ਕਿਸੇ ਵੀ ਜਥੇਬੰਦੀ, ਕਿਸੇ ਵੀ ਗੁਰਦੁਆਰਾ ਕਮੇਟੀ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਜਦਕਿ ਅਸੀਂ ਦੇਖਦੇ ਰਹਿੰਦੇ ਹਾਂ ਜਦੋਂ ਉਹਨਾਂ ਦਾ ਕਈ ਗੁਰਦੁਆਰਾ ਕਮੇਟੀ ਆਪਸੀ ਵਿਵਾਦ ਕੋਈ ਹੁੰਦਾ ਤਾਂ ਵੱਡੇ ਵੱਡੇ ਪ੍ਰੈਸ ਨੋਟ ਜਾਰੀ ਹੋ ਜਾਂਦੇ ਨੇ, ਖਬਰੀਆਂ ਲੱਗਦੀਆਂ ਨੇ ਉਹਨਾਂ ਦੀਆਂ। ਹੋਰ ਕਈ ਇਸ਼ੂ 'ਤੇ ਉਹਨਾਂ ਦੇ ਜਿਹੜੇ ਵੀ ਗੁਰਦੁਆਰੇ ਦੇ ਪ੍ਰੋਗਰਾਮ ਹੁੰਦੇ ਨੇ, ਬਹੁਤ ਵੱਡੀ ਵੱਡੀ ਖਬਰਾਂ ਆਉਂਦੀਆਂ ਨੇ। ਲੇਕਿਨ ਜਦੋਂ ਇਹੋ ਜਿਹੇ ਕਿਸੇ ਸਿੱਖ 'ਤੇ ਭੀੜ ਬਣਦੀ ਹੈ, ਜਦੋਂ ਕੌਮੀ ਮਸਲਾ ਹੁੰਦਾ ਹੈ, ਪੱਗ ਦੀ ਗੱਲ ਹੁੰਦੀ ਹੈ, ਉਦੋਂ ਇਹ ਘੁੰਗਣੀਆਂ ਪਾ ਕੇ ਸੋ ਜਾਂਦੇ ਨੇ। ਉਦੋਂ ਕਿਉਂ ਨਹੀਂ ਆਵਾਜ਼ ਚੱਕਦੇ? ਇਹ ਤੁਹਾਨੂੰ ਕਾਰਨ ਕੀ ਲੱਗਦਾ? ਬੇਸ਼ੱਕ ਅੱਜ 1 ਹਫ਼ਤਾ ਹੋ ਗਿਆ ਹੈ, ਜੋ ਇੱਕ ਪ੍ਰੋਟੈਸਟ, ਜੋ ਇੱਕ ਆਵਾਜ਼ ਉੱਤਰਾਖੰਡ ਤੋਂ ਬੁਲੰਦ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ। ਮੈਨੂੰ ਬੜੇ ਸ਼ਬਦਾਂ 'ਚ ਕਹਿਣਾ ਪੈ ਰਿਹਾ ਹੈ ਕਿ ਬੜੇ ਸ਼ਰਮ ਦੀ ਗੱਲ ਹੈ। ਮੈਂ ਅਪੀਲ ਕਰਨਾ ਚਾਹਾਂਗਾ, ਇੱਕ ਬੜਾ ਗਲਤ ਮੈਸੇਜ ਗਿਆ ਹੈ। ਸਿਰਫ ਇੱਕ ਦਿੱਲੀ ਪ੍ਰਬੰਧਕ ਕਮੇਟੀ ਜਾ ਕੇ ਬੈਠੀ ਹੋਈ ਹੈ ਕਿ ਉਹਨਾਂ ਦੇ ਦਿਲ 'ਚ ਦਰਦ ਹੈ ਸਿੱਖਾਂ ਦਾ, ਕਿ ਸਾਡੇ ਦਿਲਾਂ 'ਚ ਕੋਈ ਦਰਦ ਨਹੀਂ। ਸਿਰਫ ਅਸੀਂ ਇਲੈਕਸ਼ਨਾਂ ਤੱਕ ਸੀਮਿਤ ਹਾਂ। ਪਿੱਛੇ ਵੀ 1-2 ਮਸਲੇ ਇਹੋ ਜਿਹੇ ਹੋਏ, ਉਹਦੇ 'ਚ ਵੀ ਇਹ ਬਹੁਤ ਦੇਰ ਤੋਂ ਜਾਗੇ। ਮੈਂ ਬੇਨਤੀ ਕਰਨਾ ਵਾਂ, ਸਿਰਫ ਤੁਸੀਂ ਇਲੈਕਸ਼ਨਾਂ ਤੱਕ, ਪ੍ਰਬੰਧਕ ਕਮੇਟੀਆਂ ਦੀ ਲੜਾਈਆਂ ਤੱਕ ਸੀਮਿਤ ਨਾ ਰਹੋ। ਸਾਡੀ ਪ੍ਰਤੀਕ ਚਿੰਨ੍ਹ, ਸਾਡੀ ਪਹਿਚਾਣ ਪੱਗ ਹੈ। ਤੁਹਾਨੂੰ ਉੱਬਲ ਕੇ ਬਾਹਰ ਆ ਜਾਣਾ ਚਾਹੀਦਾ ਹੈ। ਮੇਰੇ ਜ਼ਿਹਨ 'ਚ ਸਵਾਲ ਹੁੰਦਾ ਤੇ ਆਖਰ ਕਾਰਨ ਕੀ ਹੈ? ਕਿਉਂ ਨਹੀਂ ਉਹ ਆਉਂਦੇ ਕੌਮੀ ਮਸਲਿਆਂ 'ਤੇ ਅੱਗੇ? ਉਹਨਾਂ ਦੀ ਮਜਬੂਰੀ ਕੀ ਹੋ ਸਕਦੀ ਹੈ? ਦੇਖੋ ਜੀ, ਸਾਰੇ ਬੰਦੇ ਮੈਨੂੰ ਕਹਿਣਾ ਪੈ ਰਿਹਾ ਹੈ, ਇਹ ਗੱਲਾਂ ਕਈ ਬੰਦਿਆਂ ਨੂੰ ਬਹੁਤ ਚੁੱਭਣ ਗਈਆਂ। ਸਿਰਫ ਔਰ ਸਿਰਫ ਇਹ ਆਪਣੀ ਲੰਬੜਦਾਰੀਆਂ ਵਾਸਤੇ ਇਹਨਾਂ ਨੇ ਪੋਸਟਾਂ ਲਈਆਂ ਹੋਈਆਂ ਨੇ। ਜਿਹੜੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਹੈ, ਉਹ ਬੰਦੇ ਪਿੱਛੇ ਰਹਿ ਜਾਂਦੇ ਨੇ। ਔਰ ਜਿਹੜੇ ਬੰਦੇ ਬਹੁਤ ਅੱਛੇ ਮੈਨੇਜਮੈਂਟ ਗੁਰੂ ਹੁੰਦੇ ਨੇ, ਉਹ ਆਪਣੇ ਆਪ ਨੂੰ ਮੈਨੇਜ ਕਰਕੇ ਔਰ ਕੁਰਸੀਆਂ 'ਤੇ ਬਹਿ ਜਾਂਦੇ ਨੇ। ਕਿਤੇ ਨਾ ਕਿਤੇ ਏਜੰਸੀਆਂ ਦੇ ਬਹਿਕਾਵੇ 'ਚ ਹੁੰਦੇ ਨੇ, ਦਬਾਅ ਉੱਤੋਂ ਬਣਾਇਆ ਜਾਂਦਾ ਹੈ, ਤੁਸੀਂ ਪ੍ਰੋਟੈਸਟ ਨਹੀਂ ਕਰੋਗੇ, ਇਹ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਨੇ। ਬੜੇ ਸ਼ਰਮ ਦੀ ਗੱਲ ਹੈ। ਜਾਗੋ ਮੇਰੇ ਵੀਰੋ, ਇਹ ਮੈਸੇਜ ਗਲਤ ਜਾ ਰਿਹਾ ਹੈ। ਮੈਂ ਹੱਥ ਜੋੜ ਕੇ ਅਪੀਲ ਕਰਨਾ ਵਾਂ, ਬਹੁਤ ਤਕੜਾ ਹਾਂ ਦਾ ਨਾਰਾ ਉੱਤਰਾਖੰਡ ਤੋਂ ਤੁਹਾਨੂੰ ਮਾਰਨਾ ਚਾਹੀਦਾ ਹੈ। ਇਹ ਜਿਹੜਾ ਮਿਥਕ ਬਣਿਆ ਹੈ ਕਿ ਉੱਤਰਾਖੰਡ ਦੇ ਵੀਰ ਜਿਹੜੇ ਪ੍ਰਬੰਧਕ ਕਮੇਟੀਆਂ, ਹੁਣ ਮੰਨ ਲਓ ਮੇਰੇ ਵਰਗਾ ਬੰਦਾ ਆਵਾਜ਼ ਚੁੱਕਦਾ, ਉਹਦੀ ਆਵਾਜ਼ ਦਾ ਕੋਈ ਮੈਸੇਜ ਨਹੀਂ ਜਾਣਾ। ਇੱਕ ਕਮੇਟੀ ਜਿਹੜੀ ਆਵਾਜ਼ ਚੁੱਕੇਗੀ, ਅੱਜ ਦਿੱਲੀ ਵਾਲੇ ਬੈਠੇ ਨੇ, ਖਾਲੀ ਸਿਰਸਾ ਸਾਹਿਬ ਜਾ ਕੇ ਬਹਿ ਜਾਣਗੇ, ਕੌਣ ਪੁੱਛੇਗਾ ਸਿਰਸਾ ਸਾਹਿਬ ਨੂੰ? ਦਿੱਲੀ ਮੈਨੇਜਿੰਗ ਕਮੇਟੀ ਦਾ ਜਿਹੜਾ ਬੋਰਡ ਹੈ, ਜਿਹੜਾ ਉਹਨਾਂ ਦਾ ਝੰਡਾ ਹੈ, ਇਹ ਉਹਦੀ ਤਾਕਤ ਹੈ। ਬਿਲਕੁਲ ਜੀ, ਪੂਰਾ ਛਾਇਆ ਹੋਏ ਨੇ ਮੀਡੀਆ ਦੇ ਉੱਤੇ ਕਿ ਆਖਰ ਬਹੁਤ ਵੱਡੇ ਪੱਧਰ 'ਤੇ ਉਹਨਾਂ ਨੇ ਦਲੇਰੀ ਦੇ ਨਾਲ ਆਪਣਾ ਉੱਥੇ ਪੱਖ ਰੱਖਿਆ। ਉਹਨਾਂ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਦਿੱਲੀ ਕਮੇਟੀ। ਅਸੀਂ 3-4 ਦਿਨਾਂ ਤੋਂ ਦੇਖ ਰਹੇ ਹਾਂ, ਪੂਰੇ ਖੁਦ ਹੀ ਡਟੇ ਹੋਏ ਨੇ। ਉਹਨਾਂ ਦਾ ਤਾਂ ਹਮੇਸ਼ਾ ਹੀ ਹਰ ਮਾਮਲੇ 'ਤੇ ਉਹ ਅੱਗੇ ਖਲੋਂਦੇ ਨੇ। ਭਾਵੇਂ ਕਈ ਕਹਿੰਦੇ ਕਿ ਉਹ ਆਪਣੀ ਪੋਲੀਟਿਕਸ ਕਰਦਾ, ਅਸੀਂ ਚਲੋ ਸਾਨੂੰ ਲੱਗਦਾ ਹੈ ਕਿ ਤੁਹਾਨੂੰ ਕੀ ਲੱਗਦਾ ਪੋਲੀਟਿਕਸ ਹੈ ਉਹਨਾਂ ਦੀ? ਮੈਂ ਨਾ, ਤੁਸੀਂ ਵੀ ਕਰ ਲਓ ਪੋਲੀਟਿਕਸ, ਜੇ ਉਹ ਕਰਦੇ ਨੇ ਤੇ ਤੁਸੀਂ ਪਿੱਛੇ ਕਿਉਂ ਰਹਿੰਦੇ ਹੋ? ਤੁਸੀਂ ਵੀ ਆਪਣੀ ਪੋਲੀਟਿਕਸ 'ਚ ਮਕਾ ਲਓ। ਤੁਹਾਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਜੇ ਉਹ ਬੰਦਾ ਪੋਲੀਟਿਕਸ ਕਰਦਾ ਹੈ ਤੇ ਸਾਡੇ ਤੇ ਫਾਇਦੇ 'ਚ ਉਹਦੀ ਪੋਲੀਟਿਕਸ ਹੀ ਚੱਲ ਰਹੀ ਹੈ, ਵੀ ਸਾਨੂੰ ਤੇ ਉਹਦੀ ਪੋਲੀਟਿਕਸ ਨਾਲ ਬੈਨੀਫਿਟ ਹੋ ਰਿਹਾ ਹੈ। ਜੇ ਦਿੱਲੀ ਵਾਲਾ ਪ੍ਰਕਰਣ ਵੇਖ ਲਓ, ਉਦੋਂ ਵੀ ਉਹਨਾਂ ਪੜ੍ਹ ਲਓ, ਜੇ ਚਲੋ ਰਾਜਨੀਤੀ ਕੀਤੀ, ਲੇਕਿਨ ਸਾਨੂੰ ਰਾਜਨੀਤੀ ਉਹਨਾਂ ਨੂੰ ਸਸਪੈਂਡਡ ਕਰਵਾਇਆ ਬਕਾਇਦਾ। ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਵਾਂ। ਜੇ ਉਹਨਾਂ ਨੂੰ ਲਾਭ ਮਿਲ ਰਿਹਾ ਹੈ ਤੇ ਸਾਨੂੰ ਕਿੰਨਾ ਲਾਭ ਮਿਲਿਆ ਉਹਦਾ? ਸਾਰੇ ਅਧਿਕਾਰੀ ਉਹਨਾਂ ਸਸਪੈਂਡ ਕਰਾਏ, ਜੇਲ੍ਹ 'ਚ ਬੰਦ ਕਰਾਏ। ਉਸ ਵੀਰ ਦੀ ਜਿਹੜੇ ਯੋਧੇ ਨੇ ਉੱਥੇ ਲੜਾਈ ਲੜੀ ਸੀ, ਉਹਨੂੰ ਉਹਦੀ ਇੱਜ਼ਤ ਨਾਲ ਪੱਗ ਪਵਾਈ।
ਤੇ ਬੜੇ ਸ਼ਰਮ ਦੀ ਗੱਲ ਹੈ। ਮੈਂ ਫਿਰ ਇਹ ਨਿੰਦਾ ਕਰਨਾ ਆਪਣੇ ਕੜੇ ਸ਼ਬਦਾਂ 'ਚ, ਔਰ ਮੈਂ ਤੁਹਾਨੂੰ ਆਨਾ ਸਵੇਰ ਦਾ ਭੁੱਲਿਆ ਜੇ ਸ਼ਾਮੀ ਘਰ ਆ ਜੇ, ਉਹਨੂੰ ਭੁੱਲਿਆ ਨਹੀਂ ਆਖਿਆ ਜਾਂਦਾ। ਅੱਜ ਵੀ ਅਗਰ ਅਸੀਂ ਖਲੋ ਜਾਈਏ ਤੇ ਦੇਰ ਨਹੀਂ ਹੋਈ, ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਇਹ ਸਨ ਸਾਡੇ ਨਾਲ ਜੁੜੇ ਹੋਏ ਰੁੱਧਪੁਰ ਦੇ ਸਮਾਜ ਸੇਵੀ ਅਤੇ ਪੂਰਵ ਚੇਅਰਮੈਨ ਮੰਡੀ ਸਮਿਤੀ ਦੇ ਸਰਦਾਰ ਵਿਰਿੰਦਰ ਸਿੰਘ ਸਮੰਤੀ ਜੀ, ਜਿਹੜੇ ਕਿ ਕਦੀ ਵੀ ਸਿੱਖ ਇਸ਼ੂ ਕੋਈ ਬਣਦਾ ਤੇ ਆਪਣੀ ਬੇਬਾਕ ਰਾਏ ਖੋਲ੍ਹ ਕੇ ਰੱਖਦੇ ਨੇ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਵੀ ਮੌਜੂਦਾ ਪੱਖ ਦੇ ਇਸ਼ੂ ਹੋਣਗੇ, ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਉਹਨਾਂ ਦੇ ਉੱਤੇ ਚਰਚਾ ਕਰੀਏ। ਸੋ ਗੁਰਫਤਿਹ ਦੀ ਸਾਂਝ ਕਰਕੇ ਭਾਈ ਸਾਹਿਬ ਜੀ ਨਾਲ ਵਿਦਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।